जय गुरुजी। सारी संगत का गुरुजी डिवाइन वर्ल्ड चैनल पर हार्दिक स्वागत है। संगत जी, सत्संग एक माध्यम है गुरुजी का शुक्राना करने का। सत्संग सुनते हुए कोई मजबूरी नहीं है अंत तक सुनने की। जब भी आपको मौका मिले सत्संग सुने। गुरु महाराज सब पर ऐसे ही अपनी कृपा बनाए रखें। अगर आप चैनल पर पहली बार आए हैं तो चैनल को सब्सक्राइब जरूर करें ताकि कोई सत्संग मिस ना हो जाए। सत्संग शेयर करने के लिए आप वीडियो में दिए गए नंबर पर व्हाट्सएप कर सकते हैं। गुरुजी की कृपा से सत्संग साझा करने वाले का और सुनने वाले का, दोनों का भला होता है। ना जाने कौन से सत्संग से आपको आपके सवाल का जवाब मिल जाए। सत्संग में जय गुरुजी लिखकर या अपने शहर का नाम लिखकर अपनी हाजिरी जरूर लगवाएं। गुरुजी से आज्ञा लेते हुए शुरू करते हैं मंत्र जाप से। ओम नमः शिवाय शिवजी सदा सहाय। ओम नमः शिवाय गुरुजी सदा सहाय। जय गुरुजी, शुक्राना गुरुजी। शुरू करते हैं अपने पहले सत्संग से। ओम नमः शिवाय शिव जी सदा सहाय। ओम नमः शिवाय गुरु जी सदा सहाय। संगत जी जय गुरु जी, शुकराना गुरु जी। गुरु जी आप जी का अनंतम अनंतम शुकराना। संगत जी आप जी का अनंतम अनंतम बार शुकराना जो आप जी मेरे सत्संग आंटी जी शेयर करते हैं। शुकराना आंटी जी। अज का सत्संग मैं गुरु जी के सामने बैठ के उन्होंने स्वरूप के अगे, अज गुरुवार का दिन है तो शुकराने का दिन है। गुरुवार गुरु जी का दिन, शुकराना गुरु जी, अनंतम अनंतम बार शुकराना। गुरु जी सत्संग करदे मेरे तो कोई गलती हुए संगत जी मैनू माफ़ कर देना। आप जी ने गुरु जी आपने आप ही बुलाना है जो सत्संग कराना है। शुकराना गुरु जी, अनंतम अनंतम बार शुकराना। संगत जी काफ़ी दिन हो गए सत्संग नहीं शेयर कर पा रही, गुरु जी माफ़ करना। मैसेज आ रहे सन शुकराना सत्संग नहीं किया, शुकराना सत्संग शेयर कर। गुरु जी मैं कुछ संगत जी घर विच भी थोड़ा बिजी हो गई ਤੇ ਬੱਚਿਆਂ ਦੇ ਪੇਪਰ ਚੱਲ ਰਹੇ ਹਨ ਤੇ ਇਸ ਕਰਕੇ ਮੈਂ ਥੋੜਾ ਗੁਰੂ ਜੀ ਦੀ ਕਿਰਪਾ ਨਾਲ ਮੈਨੂੰ ਗੁਰੂ ਜੀ ਨੇ ਇੱਕ ਇਹੋ ਜਿਹਾ ਕੰਮ ਦਿੱਤਾ ਹੋਇਆ ਹੈ ਤੇ ਜੋ ਮੈਨੂੰ ਗੁਰੂ ਜੀ ਨੇ ਬਖਸ਼ਿਆ। ਸ਼ੁਕਰਾਨਾ ਗੁਰੂ ਜੀ, ਕਿਉਂਕਿ ਮੈਂ ਇੱਕ ਹਾਊਸਵਾਈਫ ਹਾਂ ਸੰਗਤ ਜੀ, ਤੇ ਮੈਨੂੰ ਗੁਰੂ ਜੀ ਨੇ ਜੋ ਮੈਂ ਸਿਲਾਈ ਦਾ ਕੰਮ ਕਰਦੀ ਸੀ ਉਸੇ ਅੰਟਰੀ ਮੈਨੂੰ ਗੁਰੂ ਜੀ ਨੇ ਦੁਬਾਰਾ ਸਿਲਾਈ ਦਾ ਕੰਮ ਦਿੱਤਾ। ਸ਼ੁਕਰਾਨਾ ਗੁਰੂ ਜੀ, ਅਨੰਤਮ ਅਨੰਤਮ ਬਾਰ ਸ਼ੁਕਰਾਨਾ। ਤੇ ਸੰਗਤ ਜੀ ਕਰਦੀ ਤਾਂ ਹੈ ਮੈਂ ਕੰਮ, ਪਰ ਮੇਰੀਆਂ ਅੱਖਾਂ 'ਤੇ ਜੋ ਨਿਗਾਹ 'ਤੇ ਬਹੁਤ ਅਸਰ ਪੈਂਦਾ ਹੈ। ਮੇਰੀ ਬੇਟੀ ਦੀ ਵੀ ਨਿਗਾਹ, ਮੈਂ ਪਹਿਲਾਂ ਵੀ ਸਤਸੰਗ ਸ਼ੇਅਰ ਕੀਤਾ ਕਿ ਅੱਖਾਂ ਦੀ ਪ੍ਰੋਬਲਮ ਹੈ, ਥੋੜ੍ਹੀ ਉਸਨੂੰ ਐਨਕ ਲੱਗੀ ਹੋਈ ਹੈ। ਅਤੇ ਸੰਗਤ ਜੀ ਮੇਰੀਆਂ ਵੀ ਅੱਖਾਂ ਦੀ ਪ੍ਰੋਬਲਮ ਕੁਛ ਦਿਨ ਤੋਂ 2 ਦਿਨ ਹੋ ਗਏ ਮੈਨੂੰ ਜਾਂਦੀ ਨੂੰ, ਅਤੇ ਇਸ ਤਰ੍ਹਾਂ ਮੇਰੀਆਂ ਅੱਖਾਂ ਦੀ ਬਹੁਤ ਰੜਕ ਪੈ ਰਹੀ ਸੀ। ਅੱਜ ਵੀ ਮੈਂ ਵਾਪਸ ਆਈ ਅਤੇ ਮੈਂ ਗੁਰੂ ਜੀ ਦਾ ਜਲ ਪ੍ਰਸ਼ਾਦ ਲਿਆ, ਉਹਦੇ ਨਾਲ ਅੱਖਾਂ 'ਚ ਛਿੱਟੇ ਵੀ ਮਾਰੇ, ਮੂੰਹ ਧੋਤਾ, ਅੱਖਾਂ 'ਚ ਗਲ ਪਾਇਆ, ਵੀ ਥੋੜ੍ਹੀ ਜਿਹੀ ਰਾਹਤ ਹੋਈ ਮੈਨੂੰ ਗੁਰੂ ਜੀ ਦੀ ਕਿਰਪਾ ਨਾਲ। ਗੁਰੂ ਜੀ ਦਾ ਜਲ ਪ੍ਰਸ਼ਾਦ ਬਹੁਤ ਚਮਤਕਾਰੀ ਹੈ ਸੰਗਤ ਜੀ। ਅਤੇ ਟਿੱਕਾ ਚੰਦਨ ਟਿੱਕਾ ਜੋ ਗੁਰੂ ਜੀ ਦੇ ਅਸੀਂ ਮਸਤਕ 'ਤੇ ਲਗਾਉਂਦੇ ਹਾਂ, ਉਹ ਉਤਾਰ ਕੇ ਉਹਨੂੰ ਜਲ ਵਿੱਚ ਘੋਲ ਕੇ ਪੀਣਾ, ਪ੍ਰਸ਼ਾਦ ਵਿੱਚ ਘੋਲ ਕੇ ਪੀਣ ਨਾਲ ਅਤੇ ਸਰੀਰ ਦੀਆਂ ਕਾਫੀ ਬਿਮਾਰੀਆਂ ਦੂਰ ਹੁੰਦੀਆਂ ਹਨ। ਅਤੇ ਮੈਂ ਅੱਜ ਵੀ ਆਈ ਅਤੇ ਮੇਰਾ ਬੜਾ ਖਾਂਦਾ, ਮੈਂ ਸਤਸੰਗ ਸੁਣਿਆ ਕਿਉਂਕਿ ਮੈਨੂੰ ਕੁਝ ਦਿਨਾਂ ਤੋਂ ਮੈਂ ਸਤਸੰਗ ਵੀ ਨਹੀਂ ਸੁਣ ਪਾ ਰਹੀ। ਗੁਰੂ ਜੀ ਦੇ ਆਣ ਕੇ ਜਦੋਂ ਮੈਂ ਵਾਪਸ ਆਉਂਦੀ ਹਾਂ ਤਾਂ ਮੈਂ ਸਤਸੰਗ ਸੁਣਦੀ ਹਾਂ। ਅੱਜ ਵੀ ਜਦੋਂ ਮੈਂ ਸਤਸੰਗ ਲਾਇਆ ਅਤੇ ਉਸ ਵਿੱਚ ਬਿਲਕੁਲ ਮੇਰੀ ਅੱਖਾਂ ਦੇ ਲਈ ਜੋ 2 ਸਤਸੰਗ ਆ ਉਸ ਆਂਟੀ ਜੀ ਦੇ ਮੂੰਹੋਂ ਬੁਲਵਾਏ ਗੁਰੂ ਜੀ ਨੇ, ਜੋ ਕਿ ਅੱਖਾਂ ਨਾਲ ਹੀ ਸੰਬੰਧ ਸਨ, ਉਹ ਸੁਣਦੇ ਸੁਣਦੇ ਮੇਰੀਆਂ ਅੱਖਾਂ ਨੂੰ ਕਾਫੀ ਫਰਕ ਪਿਆ। ਅਤੇ ਸੰਗਤ ਜੀ ਅਤੇ ਮੇਰੀ ਬੇਟੀ ਨੂੰ ਵੀ ਇਹ ਅੱਖਾਂ ਦੀ ਪ੍ਰੋਬਲਮ ਕੁਝ ਦਿਨ ਤੋਂ ਬਹੁਤ ਹੈ। ਮੇਰੀ ਗੁਰੂ ਜੀ ਅੱਗੇ ਇਹੀ ਬੇਨਤੀ ਹੈ ਕਿ ਇਹ ਜੋ ਅੱਖਾਂ ਦੀ ਪ੍ਰੋਬਲਮ ਆ ਗੁਰੂ ਜੀ ਇਸਨੂੰ ਠੀਕ ਠਾਕ ਕਰ ਦਿਓ। ਬੇਟੀ ਮੇਰੀ ਤਾਂ ਉਮਰ ਹੋ ਗਈ ਹੈ, ਬੇਟੀ ਦੀ ਤਾਂ ਜੀ ਉਮਰ ਵੀ ਕੁਝ ਨਹੀਂ, ਪੜ੍ਹਾਈ ਅੱਗੇ ਕਰਨੀ ਹੈ। ਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ, ਮੈਂ ਉਸਨੂੰ ਜਲ ਪ੍ਰਸ਼ਾਦ ਵੀ ਦਿੰਦੀ ਹਾਂ, ਅੱਖਾਂ 'ਚ ਪਾਉਣ ਨੂੰ ਵੀ ਦਿੰਦੀ ਹਾਂ, ਛਿੱਟੇ ਮਾਰਨ ਨੂੰ ਵੀ ਦਿੰਦੀ ਹਾਂ ਅੱਖਾਂ 'ਚ, ਅਤੇ ਉਹਨੂੰ ਕਾਫੀ ਰਾਹਤ ਮਿਲਦੀ ਹੈ। ਪਰ ਜੋ ਬੱਚਿਆਂ 'ਚ ਆਲਸ ਪਾਉਣਾ, ਗੁਰੂ ਜੀ ਕਹਿ ਲਓ ਮੰਨਦੇ ਨਹੀਂ, ਕਹਿਣਾ ਨਹੀਂ ਮੰਨਣਾ, ਅਤੇ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰਨਾ ਬੱਚਿਆਂ ਨੇ, ਜੋ ਮੈਂ ਕਰਨਾ ਉਹੀ ਉਹਨਾਂ ਨੂੰ ਕਰਨਾ ਹੈ, ਅਤੇ ਨਹੀਂ ਕਰਨਾ। ਇਸ ਤਰ੍ਹਾਂ ਦੇ ਬੱਚੇ ਅੱਜ ਕੱਲ੍ਹ ਦੇ ਹਨ। ਗੁਰੂ ਜੀ ਆਪ ਜੀ ਇਹਨਾਂ ਨੇ ਮਨ ਸਮੱਤੇ ਆਪ ਹੀ ਪਾਓ ਕਿ ਆਪ ਵੀ ਕੁਝ ਜਲ ਪ੍ਰਸ਼ਾਦ ਲੈ ਸਕਣ। ਕਈ ਵਾਰੀ ਮੈਂ ਘਰ ਨਹੀਂ ਹੁੰਦੀ ਗੁਰੂ ਜੀ, ਅਤੇ
ਇਹਨਾਂ ਨੂੰ ਪ੍ਰੋਬਲਮ ਆਉਂਦੀ, ਮੈਂ ਹੀ ਇਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਜਲ ਪ੍ਰਸ਼ਾਦ ਪੀਣਾ। ਤੇ ਪੀਂਦੇ ਵੀ ਨੇ ਬੱਚੇ, ਸਕੂਲੋਂ ਆਣ ਕੇ ਵੀ ਪੀਂਦੇ ਨੇ, ਸਕੂਲੋਂ ਜਾਣ ਲੱਗਿਆਂ ਪੀ ਕੇ ਜਾਂਦੇ ਨੇ। ਬਹੁਤ ਮਹਿਮਾ ਹੈ ਗੁਰੂ ਜੀ ਦੇ ਜਲ ਪ੍ਰਸ਼ਾਦ ਦੀ, ਜਿਸ ਨਾਲ ਫਰਕ ਪੈ ਜਾਂਦਾ ਉਹਨਾਂ ਨੂੰ। ਤੇ ਸੰਗਤ ਜੀ, ਮੈਨੂੰ ਇੱਕੋ ਹੀ ਚਿੰਤਾ ਹਰ ਵੇਲੇ ਰਹਿੰਦੀ ਆਪਣੀ ਬੇਟੀ ਦੀ, ਬੜੀ ਬੇਟੀ ਦੀ। ਸੰਗਤ ਜੀ, ਉਹ ਬਹੁਤ ਚਿੜੀ ਹੈ। ਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਮੈਂ ਕਰਦੀ ਹੁੰਦੀ ਹਾਂ, ਗੁਰੂ ਜੀ ਇਸ ਨੂੰ ਬਿਲਕੁਲ ਠੀਕ ਠਾਕ ਕਰ ਦਿਓ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਆਪਣੀ ਬਿਮਾਰੀ ਵਿੱਚੋਂ ਗੁਜ਼ਰੀ ਹਾਂ, ਜੋ ਕਿ ਮੈਨੂੰ ਬਲੈਕ ਮੈਜਿਕ ਕੀਤਾ, ਮੇਰੀ ਬੇਟੀ 'ਤੇ ਵੀ ਬਹੁਤ ਕੁਝ ਕੀਤਾ, ਬੱਚਿਆਂ 'ਤੇ। ਮੈਂ ਉਸਦਾ ਭਲਾ ਹੀ ਮੰਗਦੀ ਹਾਂ, ਜਿਸ ਨੇ ਵੀ ਕੀਤਾ ਹੈ। ਮੇਰੇ ਆਪਣੇ ਹੀ ਹਨ, ਪਰ ਬਹੁਤ ਮਨ ਦੁਖੀ ਹੁੰਦਾ ਸੰਗਤ ਜੀ, ਜਦੋਂ ਬੱਚੇ ਆਪਣੇ ਸਾਹਮਣੇ ਤੜਫਦਾ ਹੈ ਤੇ ਜਦੋਂ ਕਹਿਣਾ ਨਹੀਂ ਮੰਨਦਾ, ਅੜੀ ਕਰਦਾ, ਖਿਝ ਨਾ ਖਪਣਾ, ਬਸ ਜਲ ਹਰ ਵਕਤ ਖਿਜੇ ਰਹਿਣਾ, ਕੋਈ ਵੀ ਕੰਮ ਕਹਿਣਾ ਮੁੜ ਕੇ ਜਵਾਬ ਦੇਣਾ। ਸੰਗਤ ਜੀ, ਮੇਰੀ ਬੇਟੀ ਇਹੋ ਜਿਹੀ ਨਹੀਂ ਹੈ, ਮੈਨੂੰ ਪਤਾ ਹੈ। ਮੈਨੂੰ ਗੁਰੂ ਜੀ ਵਾਰ ਕਹਿੰਦੇ ਆ ਮੈਸੇਜ ਦੇ ਕੇ ਵੀ, ਤੇਰੀ ਬੇਟੀ ਬਹੁਤ ਭੋਲੀ ਹੈ, ਨਾ ਡਾਂਟਿਆ ਨਾ ਕਰ। ਮੈਂ ਗੁੱਸੇ ਵਿੱਚ ਕਈ ਵਾਰੀ ਸੰਗਤ ਜੀ ਉਸਨੂੰ ਬੋਲ ਲੈਂਦੀ ਹਾਂ, ਪਰ ਫਿਰ ਵੀ ਬਲ ਵਿੱਚ ਮਨ ਬਹੁਤ ਦੁਖੀ ਹੁੰਦਾ ਹੈ। ਇਸ ਦਾ ਕੋਈ ਕਸੂਰ ਨਹੀਂ ਹੈਗਾ। ਸੰਗਤ ਜੀ, ਗੁਰੂ ਜੀ ਅੱਗੇ ਹੀ ਅਰਦਾਸ ਬੇਨਤੀ ਹੈ, ਆਪ ਵੀ ਬੇਨਤੀ ਕਰੋ ਸੰਗਤ ਜੀ ਮੇਰੀ ਗੁਰੂ ਜੀ ਅੱਗੇ, ਤਾਂ ਮੇਰੇ ਬੱਚਿਆਂ ਨੂੰ ਬਿਲਕੁਲ ਠੀਕ ਠਾਕ ਰੱਖਣ, ਬੱਚਿਆਂ ਨੂੰ ਕੁਛ ਨਾ ਹੋਵੇ। ਕਿਉਂਕਿ ਜੋ ਵੀ ਇਹ ਜਿਹੇ ਕੰਮ ਕਰਦਾ, ਮੇਰਾ ਮਨ ਬਹੁਤ ਦੁਖੀ ਹੁੰਦਾ ਹੈ। ਮੈਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ। ਸੰਗਤ ਜੀ, ਗੁਰੂ ਜੀ ਦਾ ਮੈਸੇਜ ਹੈ, ਤੂੰ ਬੱਚਿਆਂ ਦੀ ਟੈਨਸ਼ਨ ਨਾ ਲਿਆ ਕਰ, ਪਰ ਫਿਰ ਵੀ ਇੱਕ ਮਾਂ ਦੇ ਹੋਣ ਦੇ ਨਾਤੇ ਟੈਨਸ਼ਨ ਲੈਂਦੀ। ਇਹ ਬੇਨਤੀ ਹੈ ਗੁਰੂ ਜੀ ਅੱਗੇ, ਗੁਰੂ ਜੀ ਬਹੁਤ ਕੁਝ ਦਿੱਤਾ ਹੈ ਮੈਨੂੰ, ਬਹੁਤ ਕੁਝ ਦਿੱਤਾ ਹੈ। ਜਿੱਥੇ ਕਿੱਥੇ ਵੀ ਮੈਨੂੰ ਪੈਸੇ ਦੀ ਲੋੜ ਹੁੰਦੀ ਆ, ਉੱਥੇ ਪਤਾ ਨਹੀਂ ਕਿੱਥੋਂ ਗੁਰੂ ਜੀ ਇੰਤਜ਼ਾਮ ਕਰ ਦਿੰਦੇ ਆ, ਇਹ ਨਹੀਂ ਪਤਾ। ਸ਼ੁਕਰਾਨਾ ਗੁਰੂ ਜੀ, ਅਨੰਤਮ ਬਾਰ ਸ਼ੁਕਰਾਨਾ, ਆਪ ਮੇਰੀ ਹਰ ਲੋੜ ਪੂਰਾ ਕਰਦੇ। ਪਰ ਮੈਂ ਇਹੀ ਕਹਿੰਦੀ ਹਾਂ ਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ, ਗੁਰੂ ਜੀ ਹਮੇਸ਼ਾ ਨਾਲ ਰਹਿਣਾ, ਸਾਡੀ ਬਾਂਹ ਫੜ ਕੇ ਰੱਖਣਾ, ਆਉਣ ਵਾਲੀ ਹਰ ਮਾੜੀ ਘਟਨਾ ਤੋਂ ਬੱਚਿਆਂ ਨੂੰ ਬਚਾ ਕੇ ਰੱਖਣਾ। ਪਤਾ ਨਹੀਂ ਕਿੰਨੇ ਕਸ਼ਟ ਕੱਟਦੇ ਇਹ ਦਿਨ ਵਿੱਚ, ਬਹੁਤ ਕਸ਼ਟ ਕੱਟਦੇ, ਵਾਰ ਮੈਸੇਜ ਨੇ, ਪੁੱਤਰ ਤੇਰੇ ਬੱਚਿਆਂ ਤੇ ਭਾਰੀ ਹੈ। ਮੈਂ ਗੁਰੂ ਜੀ ਤੇ ਕਹਿ ਦਿੰਦੀ ਹਾਂ, ਗੁਰੂ ਜੀ ਤੁਸੀਂ ਹੀ ਦੇਖਣਾ ਇਹ ਸਭ ਕੁਛ। ਮੈਂ ਤੁਹਾਨੂੰ ਆਪਣਾ ਪਿਤਾ ਵੀ ਮੰਨਿਆ ਹੈ, ਮਾਂ ਬਾਪ ਭਾਈ ਭੈਣ ਸਭ ਤੁਸੀਂ ਹੋ, ਮੇਰੇ ਪਰਮ ਪਿਤਾ ਪਰਮਾਤਮਾ ਹੋ। ਮੈਂ ਤੁਹਾਡੇ ਅੱਗੇ ਹੀ ਬੇਨਤੀ ਕਰ ਸਕਦੀ, ਮੈਂ ਮੰਗਣਾ ਵੀ ਤੁਹਾਡੇ ਹੈ, ਤੇ ਤੁਹਾਨੂੰ ਹੀ ਕਹਿਣਾ, ਮੈਂ ਕਿਸੇ ਅੱਗੇ ਹੱਥ ਨਹੀਂ ਅੱਡਣਾ। ਇਹ ਬੱਚੇ ਤੁਹਾਡੇ ਹਨ, ਤੁਸੀਂ ਦਿੱਤੇ ਹਨ, ਤੁਸੀਂ ਹੀ ਇਹਨਾਂ ਨੂੰ ਸਹੀ ਸਲਾਮਤ ਰੱਖਣਾ ਹੈ। ਮੈਂ ਤੇਰੇ ਦਰ ਦੇ ਬਸ ਡਿੱਗੀ ਹੋਈ ਹਾਂ, ਤੁਸੀਂ ਮੈਨੂੰ ਉਠਾਉਣਾ, ਤੁਸੀਂ ਮੈਨੂੰ ਅੱਗੇ ਉਠਾਇਆ, ਇੱਥੇ ਤੱਕ ਲੈ ਕੇ ਆਓ। ਅੱਗੇ ਵੀ ਮੈਨੂੰ ਪਤਾ ਮੇਰੇ ਗੁਰੂ ਜੀ ਆਪੇ ਲੈ ਕੇ ਜਾਣਗੇ। ਕਈ ਵਾਰੀ ਮਨ ਪਰੇਸ਼ਾਨ ਹੋ ਜਾਂਦਾ ਬੱਚਿਆਂ ਵੱਲ ਦੇਖ ਕੇ ਸੰਗਤ ਜੀ। ਗੁਰੂ ਜੀ ਬਹੁਤ ਹੌਸਲਾ ਦਿੰਦੇ ਨੇ, ਬਹੁਤ ਹੌਸਲਾ, ਬੱਚੀ ਤੂੰ ਘਬਰਾਇਆ ਨਾ ਕਰ, ਤੂੰ ਚਿੰਤਾ ਨਾ ਕਰਿਆ ਕਰ। ਹਮੇਸ਼ਾ ਮੈਨੂੰ ਇਹੀ ਮੈਸੇਜ ਆਉਂਦੇ ਹਨ ਗੁਰੂ ਜੀ ਦੇ, ਬਹੁਤ ਬਲੈਸਿੰਗ ਦਿੰਦੇ ਹਨ ਗੁਰੂ ਜੀ। ਜਿੱਥੇ ਵੀ ਮੈਂ ਬਾਹਰ ਵੀ ਜਾਂਦੀ ਹਾਂ, ਮੈਨੂੰ ਗੁਰੂ ਜੀ ਦੇ ਕਬੂਤਰ ਰੂਪ ਵਿੱਚ 77779727 ਦੇ ਰੂਪ ਵਿੱਚ ਗੁਰੂ ਜੀ ਆਪਣੇ ਦਰਸ਼ਨ ਦਿੰਦੇ ਹਨ। ਸ਼ੁਕਰਾਨਾ ਗੁਰੂ ਜੀ, ਆਪਣੀ ਪ੍ਰੈਜ਼ੈਂਸ ਫੀਲ ਕਰਾਉਂਦੇ ਹਨ ਗੁਰੂ ਜੀ। ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ। ਸੰਗਤ ਜੀ ਮਾਫ ਕਰਨਾ, ਮੇਰੇ ਤੋਂ ਬੋਲਦਿਆਂ ਕੋਈ ਗਲਤੀ ਹੋਵੇ ਤਾਂ ਮੈਨੂੰ ਮਾਫ ਕਰਨਾ। ਗੁਰੂ ਜੀ ਕਿਰਪਾ ਕਰੋ, ਆਪਣੀ ਮਿਹਰ ਬਰਸਾਓ। ਅੱਜ ਬੱਚਿਆਂ ਦੇ ਸਤਸੰਗ ਆਪ ਜੀ ਨੇ ਮੈਨੂੰ ਜੋ ਸੇਵਾ ਲਾਈ ਹੋਈ ਗੁਰੂਵਾਰ ਨੂੰ ਸਤਸੰਗ ਕਰਦੀ ਹਾਂ, ਕਿਰਪਾ ਕਰੋ ਕਿ ਅੱਜ ਸਤਸੰਗ ਵਿੱਚ ਆਪ ਜੀ ਆਪ ਹੀ ਕਰਵਾਉਣੇ, ਅੱਗੇ ਵੀ ਕਰਵਾਉਂਦੇ ਹੋ, ਅੱਜ ਵੀ ਆਪ ਹੀ ਕਰਵਾਉਣਾ ਹੈ। ਮੈਨੂੰ ਕੁਝ ਨਹੀਂ ਪਤਾ ਮੈਂ ਕੀ ਕਰਨਾ ਹੈ ਕੀ ਨਹੀਂ, ਜੋ ਕਰਨਾ ਤੁਸੀਂ ਹੀ ਕਰਨਾ, ਜੋ ਤੁਹਾਨੂੰ ਚੰਗਾ ਲੱਗਦਾ ਹੈ ਸੋ ਹੀ ਕਰਾਉਣਾ। ਗੁਰੂ ਜੀ ਹਰ ਵਕਤ ਆਪਣੇ ਬੱਚਿਆਂ ਦੀ ਬਾਂਹ ਫੜ ਕੇ ਰੱਖਣਾ, ਤੁਸੀਂ ਫੜ ਕੇ ਰੱਖਣਾ, ਅਸੀਂ ਤਾਂ ਛੁਡਾ ਲੈਂਦੇ ਹਾਂ ਗੁਰੂ ਜੀ। ਸੰਗਤ ਜੀ ਗੁਰੂ ਜੀ ਅੱਗੇ ਮੇਰੀ ਇਹੀ ਬੇਨਤੀ ਹੈ, ਸੰਗਤ ਅੱਗੇ ਵੀ, ਕਿ ਗੁਰੂ ਜੀ ਤੇ ਵਿਸ਼ਵਾਸ ਬਣਾ ਕੇ ਰੱਖੋ, ਕਦੀ ਡੋਲਣ ਨਹੀਂ ਦਿੰਦੇ ਗੁਰੂ ਜੀ। ਜਿਹੋ ਜਿਹੀ ਸਮੱਸਿਆ ਆਉਂਦੀ ਹੈ ਤੇ ਗੁਰੂ ਜੀ ਤੇ ਛੱਡ ਦੋ। ਮੈਂ ਹਮੇਸ਼ਾ ਗੁਰੂ ਜੀ ਨੇ ਮੈਨੂੰ ਇਹੀ ਤਾਕਤ ਦਿੱਤੀ ਕਿ ਮੈਂ ਬੈਠਾ ਹਾਂ, ਤੇਰੇ ਹੁੰਦਿਆਂ ਮੇਰੇ ਹੁੰਦਿਆਂ ਤੂੰ ਫਿਕਰ ਨਾ ਕਰ। ਬਹੁਤ ਕਿਰਪਾ ਗੁਰੂ ਜੀ, ਸ਼ੁਕਰਾਨਾ 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 ਗੁਰੂ ਜੀ, ਅਨੰਤਮ ਵਾਰ ਸ਼ੁਕਰਾਨਾ। ਪਤਾ ਨਹੀਂ ਕਦੋਂ ਤੋਂ ਗੁਰੂ ਜੀ ਨੇ ਆਪ ਮੇਰੀ ਬਾਂਹ ਫੜੀ ਹੋਈ ਹੈ। ਅਸੀਂ ਤਾਂ ਬਸ ਇਹ ਜਾਣਦੇ ਹਾਂ ਕਿ
ਇਸ ਜਨਮ 'ਚ ਫੜੀ ਹੈ, ਇਸ ਜਨਮ 'ਚ ਨਹੀਂ, ਪਤਾ ਨਹੀਂ ਕਿੰਨੇ ਜਨਮਾਂ ਤੋਂ ਗੁਰੂ ਜੀ ਸਾਡੀ ਰੱਖਿਆ ਕਰਦੇ ਆ ਰਹੇ ਹਨ। ਆਪਾਂ ਗੁਰੂ ਜੀ ਮੈਂ ਇਹੀ ਕਹਿੰਦੀ ਹਾਂ, ਮੇਰੀ ਬੇਨਤੀ ਇਹੀ ਹੈ ਕਿ ਜੋ ਵੀ ਇਹੋ ਜਿਹੇ ਕਾਰਜ ਕਰਦੇ ਹਨ ਨਾ, ਬਲੈਕ ਮੈਜਿਕ ਕੋਈ ਵੀ ਕੀਤਾ ਕਰਾਇਆ, ਉਹਨਾਂ ਨੂੰ ਤੁਸੀਂ ਸੁਬੁੱਧੀ ਬਖਸ਼ੋ। ਤੁਸੀਂ ਉਹਨਾਂ ਦੇ ਮਨ ਦਿਮਾਗ 'ਚ ਇਹ ਪਾਓ, ਬੁੱਧੀ ਨੂੰ ਠੀਕ ਕਰੋ ਕਿ ਇਹੋ ਜਿਹੇ ਕਰਮ ਨਾ ਕਰਨ। ਬਸ ਮੇਰੀ ਇਹੀ ਬੇਨਤੀ ਹੈ। ਮੈਂ ਉਹਨਾਂ ਦਾ ਬੁਰਾ ਨਹੀਂ ਤੱਕਦੀ, ਨਾ ਮੈਨੂੰ ਕਦੀ ਬੁਰਾ ਤੱਕਿਆ ਇਹ। ਭਲਾ ਹੋਵੇ ਉਹਨਾਂ ਦਾ, ਉਹਨਾਂ ਨੇ ਸ਼ਾਇਦ ਮੈਨੂੰ ਗੁਰੂ ਜੀ ਨਾਲ ਜੋੜਨਾ ਸੀਗਾ, ਇਹ ਵੀ ਉਹਨਾਂ ਦੀ ਰਜ਼ਾ। ਮੈਂ ਤਾਂ ਕਹਿੰਦੀ ਉਹਨਾਂ ਦਾ ਭਲਾ ਹੋਵੇ, ਉਹਨਾਂ ਨੇ ਮੈਨੂੰ ਗੁਰੂ ਜੀ ਨਾਲ ਜੋੜ ਲਿਆ। ਦੁੱਖ ਆਇਆ ਤੇ ਮੈਂ ਗੁਰੂ ਜੀ ਨਾਲ ਜੁੜੀ, ਨਹੀਂ ਤੇ ਸੁੱਖ ਨੇ ਤਾਂ ਕੋਈ ਨਹੀਂ ਯਾਦ ਕਰਦਾ, ਪਰਮਾਤਮਾ ਯਾਦ ਨਹੀਂ ਕਰਦਾ। ਸੁੱਖ ਵਿੱਚ ਤਾਂ ਅਸੀਂ ਆਪਣੀਆਂ ਸੁਵਿਧਾ ਦੇਖ ਕੇ ਬਸ ਗੁਰੂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਗੁਰੂ ਜੀ ਮੈਨੂੰ ਸੁੱਖ ਹੋਵੇ ਦੁੱਖ ਹੋਵੇ, ਮੈਨੂੰ ਹਮੇਸ਼ਾ ਆਪਣੇ ਨਾਲ ਰੱਖਣਾ, ਮੇਰੇ ਨਾਲ ਰਹਿਣਾ, ਹਮੇਸ਼ਾ ਮੇਰੇ ਅੰਗ ਸੰਗ ਰਹਿਣਾ, ਹਮੇਸ਼ਾ ਬੱਚਿਆਂ ਦੀ ਬਾਂਹ ਫੜ ਕੇ ਰੱਖਣਾ। ਸ਼ੁਕਰਾਨਾ ਗੁਰੂ ਜੀ, ਜੋ ਆਪਨੇ ਦਿੱਤਾ ਉਸ ਦਾ ਵੀ ਸ਼ੁਕਰਾਨਾ, ਜੋ ਨਹੀਂ ਦਿੱਤਾ ਉਸ ਦਾ ਵੀ ਸ਼ੁਕਰਾਨਾ। ਗੁਰੂ ਜੀ ਅਨੰਤਮ ਬਾਰ ਸ਼ੁਕਰਾਨਾ। ਆਪ ਜੀ ਦੀ ਕਿਰਪਾ ਨਾਲ ਘਰ ਚੱਲ ਰਿਹਾ ਹੈ, ਆਪ ਦਾ ਘਰ ਹੈ, ਜਿਸ ਤਰ੍ਹਾਂ ਤੁਸੀਂ ਚਲਾਉਣਾ ਚਾਹੁੰਦੇ ਉਸ ਤਰ੍ਹਾਂ ਚਲਾਓ। ਮੇਰੀ ਵਾਰ-ਵਾਰ ਇਹੀ ਬੇਨਤੀ ਹੁੰਦੀ ਹੈ ਗੁਰੂ ਜੀ ਆਪ ਜੀ ਅੱਗੇ, ਆਪ ਜੀ ਬੱਚਿਆਂ ਦੀ ਬੁੱਧੀ ਨੂੰ ਵੀ ਠੀਕ ਕਰੋ, ਜੋ ਵੀ ਇਹਨਾਂ ਦੀ ਪ੍ਰੋਬਲਮ ਆ ਉਸ ਨੂੰ ਠੀਕ ਕਰ ਦਿਓ ਗੁਰੂ ਜੀ। ਕਹਿਣਕਾਰ ਹੋਣ, ਬਸ ਮੈਂ ਹੀ ਕਹਿੰਦੀ ਹਾਂ ਕਿ ਗੁਰੂ ਜੀ ਇਹ ਹਮੇਸ਼ਾ ਆਪ ਦੇ ਨਾਲ ਜੁੜਨ। ਤੇ ਆਪ ਜੀ ਕਹਿੰਦੇ ਹੋ ਮੈਨੂੰ ਕਿ ਮੈਂ ਆਪੇ ਹੀ, ਜੇ ਤੂੰ ਨਹੀਂ ਕਿਸੇ ਨੂੰ ਕੁਝ ਕਹਿਣਾ, ਮੈਂ ਆਪੇ ਸਭ ਕੁਝ ਕਰ ਲੈਣਾ। ਬਸ ਗੁਰੂ ਜੀ ਜੋ ਤੁਹਾਨੂੰ ਚੰਗਾ ਲੱਗਦਾ ਸੋਈ ਕਰਨਾ, ਜਿਸ ਤਰ੍ਹਾਂ ਦਾ ਤੁਸੀਂ ਬਣਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਦਾ ਸਾਨੂੰ ਬਣਾ ਲਓ, ਬੱਚਿਆਂ ਨੂੰ ਵੀ, ਤੇ ਆਪਣੇ ਰਾਹ ਤੇ ਚਲਾਉਣਾ, ਕਦੀ ਵੀ ਗਲਤ ਪਾਸੇ ਨਾ ਜਾਣ ਦੇਣਾ। ਬੱਚਿਆਂ ਨੂੰ ਪੜ੍ਹਾਈ ਦੇ, ਪਾਠ ਕਰਨ ਦੇ, ਬਾਣੀ ਸੁਣਨ ਦੇ ਵੱਲ ਬਖਸ਼ਣਾ, ਇਹਨਾਂ ਦੀ ਬੁੱਧੀ ਨੂੰ ਠੀਕ ਰੱਖਣਾ। ਇਹ ਅਰਦਾਸ ਹੁੰਦੀ ਹੈ ਸਾਰੀ ਸੰਗਤ ਦੇ ਬੱਚਿਆਂ ਨੂੰ, ਜੋ ਵੀ ਕਿਸੇ ਦੇ ਬੱਚਾ ਹੈ, ਸਾਰਿਆਂ ਦੇ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦੇਣਾ, ਸੰਗਤ ਨੂੰ ਆਸ਼ੀਰਵਾਦ ਦੇਣਾ ਕਿ ਉਹਨਾਂ ਦੇ ਬੱਚੇ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਕਰਨ, ਕੋਈ ਵੀ ਇਹੋ ਜਿਹਾ ਕਾਰਜ ਨਾ ਹੋਵੇ। ਸ਼ੁਕਰਾਨਾ ਗੁਰੂ ਜੀ। ਸੰਗਤ ਜੀ ਸਤਸੰਗ ਕਰਦਿਆਂ ਮੇਰੇ ਤੋਂ ਕੋਈ ਗਲਤੀ ਹੋਈ ਤਾਂ ਭੁੱਲ ਚੁੱਕ ਮਾਫ ਕਰਨੀ। ਓਮ ਨਮः शिवाय। शिव जी सदा सहाय। ओम नमः शिवाय। गुरु जी सदा सहाय। अगला सत्संग जल्दी शेयर करांगे। जय गुरु जी। शुक्राना गुरु जी। ओम नमः शिवाय। शिवजी सदा सहाय। ओम नमः शिवाय। गुरुजी सदा सहाय। चलिए अब सुनते हैं अगले सत्संग को। ओम नमः शिवाय। शिवजी सदा सहाय। ओम नमः शिवाय। गुरुजी सदा सहाय। शुक्राना गुरुजी। जय गुरु जी। शुक्राना गुरु जी। ओम नमः शिवाय। शिव जी सदा सहाय। ओम नमः शिवाय। गुरु जी सदा सहाय। तो संगत जी, मैं गुरुपा का शुक्राना सत्संग करने के लिए बैठी हूँ। अभी रात के 10:35 हो रहे हैं और मैं शुक्राना करने बैठी हूँ। तो मैं गुरुपा का अनंतम शुक्राना करती हूँ। गुरुपा, आपने हमें हर प्रकार से प्रोटेक्ट करके रखा है और हर प्रकार से हमारी रक्षा कर रहे हैं, इसका कोटि कोटि शुक्राना गुरुपा। गुरुपा की मेहर हम तक बहुत पहुंच रही है। संगत जी, कल की बात बता रही हूँ संगत जी कि कल मैं शुक्राना सत्संग करने के बाद सो गई। मैंने गुरुपा को कहा था कि मुझे अमृत वेला जरूर बख्शे, तो गुरुपा ने मुझे 1 बज के कुछ मिनट पे शायद उठाया। तो मैंने अपने फ़ोन में संगत वाणी चला के सुनती रही। सुनते सुनते लगभग 2:45 या 2:30 बज गए होंगे। तब तक मुझे फिर नींद आ गई। तो समझिए फिर 3:45 बजे, हाँ 3:45 बजे मेरा नींद खुला। फिर मैं जल्दी से गई, हाथ मुँह धो के आई और फिर मैंने गुरुपा का अमृत वेला किया। अमृत वेला करते करते 4:30 ही हुआ कि मुझे नींद आ रही थी, ठंड भी लग रही थी। तो मैं जाके रजाई के अंदर चली गई। उसमें सुखमनी साहब का पाठ मैंने कुछ मतलब थोड़ा देर तक किया और पूरा फुल पाठ नहीं हुआ था संगत जी, और मेरी आंखें बंद हो गई। तो मैंने आंखें बंद होने के बाद संगत जी मुझे जो स्वप्न आए, जो इतने बुरे स्वप्न थे, मुझे से देखने के बाद जब मेरी नींद खुली तो मैं बहुत व्याकुल हो उठी थी संगत जी। मैं गुरु पास से फिर मैंने बहुत विनती किया कि ऐसे सपने मुझे क्यों आए। मैंने स्वप्न में देखा संगत जी कि मेरे अंकल जी को किसी ने बहुत मारा है। वो भी मैंने नहीं देखा
संगत जी के घर वाले लोग बोल रहे हैं कि कुछ लोग आए थे और उन्होंने इनको बहुत मारा और मार के उधर फेंक दिए हैं। तो इनकी मम्मी और इनके बड़े भाई दोनों बोल रहे हैं कि हम लोग बचाने तो गए थे पर हम लोग बचा नहीं पाए। और वो लोग इस कदर बोल रहे थे जैसे उन्हें कोई इफेक्ट ही नहीं पड़ रहा। मैं ये देख के बहुत घबरा रही थी। मैं नींद में ही इतना बका रही थी कि ये कैसे हैं, ये लोग कैसे कैसे बोल रहे कि कुछ नहीं कर पाए। तो कहाँ है ये? तो बोले उधर ही पड़ा है एकदम। और फिर जाके कुछ भी नहीं बचा उसमें, इस तरह करके बोल रही थी। मेरे तो रूह कांप गए कि ये क्या बोले, मुझे विश्वास नहीं हुआ। बोले मेरा बेटा कहाँ है? तो एक पल तो वो लोग ऐसे कहे कि उस वो भी वहीं पड़ा होगा इस तरह। फिर मैं घबरा के जब पूरा कस के पूछी कि आयुष कहाँ है, मेरा बेटा कहाँ है? संगत जी मेरे बेटे का नाम आयुष है। तो फिर जाके फिर वो आया और वो सुना कि पापा को ऐसे ऐसे किसी ने मारा हो रहा है। तो वो मतलब संगत जी वो कुछ किया कि नहीं किया मैंने ये तो नहीं देखा नहीं स्वप्न में, पर मैं देख रही मेरे मंदिर में जितने भगवान की मूर्तियाँ थी, गुरुपा की मूर्तियाँ थे, गुरुपा का स्वरूप थे, कुछ भी नहीं है वहाँ, बिल्कुल खाली है। मैं और छटपटा के रोने लगी कि अगर गुरुपा भी रहते तो मैं उन्हें बोलती तो वो सुनते और सब कुछ ठीक हो जाता। और मैं अकबका के संगत जी निधि में दौड़ के जाना चाह रही हूँ और घर के कोई लोग भी मुझे जाने नहीं दे रहे हैं देखने के लिए। मैं समझ नहीं पा रही हूँ कि लोग मुझे देखने क्यों नहीं दे रहे। मैं एकदम अकबका के बोली नहीं मुझे जाना है, मेरे मुंह से आवाज़ तक नहीं निकल पा रही है। मैं चिल्लाने की कोशिश भी कर रही हूँ पर ऐसा लग रहा है कि आवाज़ भी पूरा धीमा हो गया है। और मैं रोते रोते जा रही हूँ, यही मैं देख रही हूँ कि मैं देखने जा रही हूँ कि कहाँ है। तो संगत जी इतने में मेरी नींद खुल गई। जब नींद खुली तो मैंने गुरु पास से ये पूछना चाहा कि मुझे ऐसे स्वप्न क्यों आए। आपने कितने बड़े कष्ट काटे गुरुपा, इस पता नहीं आपका अनंतम अनंतम शुक्राना। अगर ये सच में होता किसी तरह गुरुपा तो मैं जीते जी मर जाती। गुरुपा आपने बहुत बड़ा कष्ट काटा। और संगत जी एक बात और बताना चाहूँगी कि मैंने ये स्वप्न जो देखा, इस स्वप्न को देख के मैंने फिर आंख बंद किए थे। उसके बाद मुझे नींद में ऐसा कुछ देखने को मिला, ये मेरी सोच थी या क्या था, कि मेरे घर के बाहर एक कुत्ता रहता है। वो कुत्ता इन्हें घसीटते हुए ला रहा और इन्हें कुछ नहीं हुआ है, डॉक्टर के यहाँ ले जाने से ये ठीक हो जाएंगे ऐसा मुझे महसूस हुआ। तो मैं चिल्ला के बोल रही हूँ कि इन्हें डॉक्टर के यहाँ लेके चलें। और यही मैं हल्का सा देख रही हूँ कि शायद मैं लेके गई हूँ ना क्या, ये मुझे कुछ भी याद नहीं संगत जी। मेरा नींद तो खुल गया फिर उसके बाद। तो संगत जी ये सब गुरुपा की मेहर है। मैं गुरुपा का स्वरूप देख रही हूँ उसमें। मेरे घर में संगत जी बड़ा स्वरूप है, लेकिन स्वप्न में मुझे छोटा सा वही स्वरूप छोटा सा याद था। पता नहीं क्यों, ये मैं नहीं जानती। तो संगत जी गुरुपा ने बहुत बड़े कष्ट काटे हैं, इसका अनंतम अनंतम शुक्राना गुरुपा। गुरुपा आपको पता नहीं है कि मैं ये सत्संग ये अपने स्वप्न के बारे में सुबह से कितनी बार बताने की कोशिश करी अपने अंकल जी को, लेकिन वो सुनना तक ही नहीं चाहे। जब भी बोलना चाहा तब कोई बात ऐसे आ गई कि मैं बोल ही नहीं पाई। शायद मुझे ये गुरुपा के सम्मुख शुक्राना करने के में ही बोलना था, इसीलिए गुरुपा ने अभी बुलवाया। गुरुपा आपका अनंतम अनंतम शुक्राना गुरुपा। और गुरुपा ने एक सत्संग में सुनवाया था कि अपनी बेटी को रात में दूध के साथ शायद हल्दी और कुछ देने को कहा था। संगत जी मुझे याद नहीं था, मुझे दूध के साथ हल्दी याद था, तो मैंने हल्दी दे के उसे पिला दिया आज। तो अनंतम अनंतम शुक्राना गुरुपा। बहुत सारे कुछ करने को गुरुपा बताते हैं लेकिन कुछ नहीं कर पाते हम। तो संगत जी गुरुपा ने एक बात और कहा कि एक मैसेज फ्लैश हुआ था, उसमें था कि बेटा 7 दिन के अंदर तुम्हें कोई साधु के रूप में मिलेगा, तो तुम उसे मुझे ही समझ के उन्हें प्यार से
मतलब आदर सत्कार करना, उनसे कुछ भोजन करवाना और उन्हें प्यार से विदा करना, वो सारे दुख तुम्हारे लेके चले जाएंगे, वो मैं ही होऊंगा। गुरुपा का कहना था यही। और अपने अंकल जी को भी कह देना कि वो भी इस बात का ध्यान रखें कि 7 दिन के अंदर कोई साधु मिले तो अनंतम अनंतम शुक्राना गुरुपा। हम इस बात को याद रखेंगे गुरुपा, आपने जो कहा है, अगर ऐसा कुछ हो तो हम जरूर करेंगे गुरुपा। और संगत जी, गुरुपा के लिए मैंने ये बताया था कि अब कल शाम को इतनी अच्छी खुशबू मेरे पूरे घर में आ रही थी। आज मॉर्निंग भी वही बात हुई संगत जी, कि जब मॉर्निंग में जब मैं मेरे अंकल जी आए, शायद 9:30 बजे या 10 बज रहे थे, वो आए घर। उनके जस्ट आने के 2 मिनट 3 मिनट बाद मैं हाँ झाड़ू ही लगा रही थी, तो मतलब सब काम वाम करके झाड़ू लगा के फिर पोछा लगाने जा रही थी कि मैंने देखा, महसूस किया कि फिर वही खुशबू आ रही इतनी अच्छी। तो संगत जी, ये खुशबू गुरुपा की थी। और फिर मैं छत पे झाड़ू लगाने के लिए गई, खुशबू वहां तक गई, तो गुरुपा शायद पूरे घर में घूम रहे थे। आपका अनंतम अनंतम शुक्राना गुरुपा। गुरुपा कहते हैं कि मैं स्वरूप से निकलकर कभी कभी घूमता भी हूँ, इसीलिए जूते चप्पल बोलते हैं एक जगह पे रखा कर, द्वार पे मत रखा कर, मैं उसे लांग के पार नहीं हो सकता। और सब सामान बिखरा भी पड़े रहते हैं संगत जी, तो वो भी सही नहीं है। मतलब रास्ते बिल्कुल खाली रखने चाहिए ताकि गुरुपा आराम से आ सके, जा सके पार। बोलते हैं जब वो घर से बाहर निकलते हैं तो अपने घर के बाहर की नेगेटिविटी को ख़त्म कर देते हैं। तो अनंतम अनंतम शुक्राना गुरुपा, आपका कोटि कोटि शुक्राना गुरुपा। आप हमें इतना ध्यान देते हैं और इतना प्रोटेक्ट करते हैं गुरुपा। और संगत जी, मैंने एक सत्संग में ये भी सुना कि हम लोग कभी भी गुरुपा से ये नहीं पूछते कि वो हमारे गुरुपा कैसे हैं, जो हमारे इतने बड़े बड़े कष्ट अपने ऊपर ले लेते हैं। गुरुपा, आप अपने हमारे कष्ट अपने ऊपर लेके हमें तो कष्टों से मुक्त कर देते हो, पर गुरुपा आप कैसे हो ये हमें नहीं पता चलता। तो आप अपना भी ख्याल रखिए गुरुपा। और उनमें ये भी क्या कहा गया संगत जी कि हम लोगों को 108 बार का मंत्र जाप अपने गुरुपा के लिए करना चाहिए। तो अनंतम अनंतम शुक्राना गुरुपा। मैं भी चाहूँगी कि मैं अपने गुरुपा के लिए 108 बार मंत्र जाप करूँ संगत जी। तो गुरुपा, आपका कोटि कोटि शुक्राना गुरुपा। अपना ख्याल रखना गुरुपा। अब और जब आप सही रहोगे गुरुपा, हम सब सही रहेंगे। आप और संगत जी, मुझसे कोई भूल चूक हुई हो तो मुझे क्षमा करें। और अब अपना मैं सुस्ताना सत्संग यहीं पे रोकती हूँ और कल फिर मैं लौटूंगी गुरुपा के अगले शुक्राने सत्संग में। जय गुरु जी, शुक्राना गुरु जी। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी, जय शुक्राना गुरु गुरुजी, जी। अनंतम अनंतम शुक्राना मेरे गुरुपा। सुना आपने कैसे करिश्मा करते हैं हमारे गुरुजी। चलो अब सुनते हैं अगले प्यारे से सत्संग को। शुक्राना 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 गुरुजी। जय गुरु जी, शुक्राना गुरु जी। मैं चेतन पुणे से अपना तीसरा सत्संग शेयर कर रहा हूँ। मैं मंत्र जाप से शुक्राना गुरु जी का शुरू करता हूँ। ओम नमः शिवाय, शिव जी सदा सहाय। ओम नमः शिवाय, गुरु जी सदा सहाय। ओम नमः शिवाय, शिव जी सदा सहाय। ओम नमः शिवाय, गुरु जी सदा सहाय। ओम नमः शिवाय, शिव जी सदा सहाय।
ओम नमः शिवाय गुरुजी सदा सहाय। ओम नमः शिवाय शिवजी सदा सहाय। ओम नमः शिवाय गुरुजी सदा सहाय। ओम नमः शिवाय शिवजी सदा सहाय। ओम नमः शिवाय गुरुजी सदा सहाय। ओम नमः शिवाय शिवजी सदा सहाय। ओम नमः शिवाय गुरुजी सदा सहाय। ओम नमः शिवाय शिवजी सदा सहाय। ओम नमः शिवाय गुरुजी सदा सहाय। जय गुरुजी, शुक्राना गुरुजी। मेरे गुरुजी, मेरे भगवान, मेरे और मेरे परिवार अगर कोई भगवान या किसी को हर्ट किया है या कुछ गलत किया है, हमें माफ़ कर दीजिए भगवान, और पश्चाताप करने का मार्ग दिखाइए मेरे प्रभु। मेरे गुरुजी, शुक्राना गुरुजी, आप मेरे सब कुछ हैं। आप मेरे भगवान हैं, मेरे गुरु हैं, मेरे पिता हैं, मेरे भाई हैं, मेरे दोस्त हैं, मेरे बॉस हैं, मेरे वकील हैं, मेरे जज हैं, मेरे डॉक्टर हैं, मेरे बिल्डर हैं। और शुक्राना गुरुजी, आपने मेरा एक अनाथ को हाथ पकड़ा है, आपका लाख लाख शुक्राना। मुझे और मेरे परिवार को अपने चरण में जगह दीजिए प्रभु। शुक्राना गुरुजी। सत्संग जी, ये हफ्ता मेरे साथ एक मिरेकल हुआ है। मैं अपने काम ख़त्म करके ऑफिस से क्लाइंट के साथ मीटिंग करके ख़त्म करके रिक्शा में अपने लैपटॉप बैग पीछे रिक्शा में रख दिया था और करीब रात को 10 बज गए थे। हम घर पे पहुँचे और मैं फ़ोन पे बात करते करते रिक्शा से ऐसे उतर गया और ऐसे घर चला गया। और जैसे मैंने खाना खा के फ़ोन देखा तो गुरुजी का अर्जेंट मैसेज फ्लैश होने लग गया कि ये सत्संग अभी के अभी सुन, ये तेरे गुरु का हुक्म है। तो मैंने वो सत्संग सुन के सो गया और सुबह उठ के जो रिक्शा वाला है, जो मेरा रेगुलर वाला है, उसका फ़ोन आया और उसने बताया कि साहब आपका लैपटॉप बैग पीछे रिक्शा में ही रह गया था। और यकीन मानिए, और उसने बोला कि आपका नसीब बहुत अच्छा है साहब, क्योंकि मैंने रिक्शा मेन रोड पे पार्क किया था और कभी कभी इस रिक्शा में जो रखे हुए चीज़ चोरी हो जाती हैं। शुक्राना गुरुजी, ये शुक्राना गुरुजी के वजह से मेरा लैपटॉप बच गया। शुक्राना गुरुजी। इसके लिए सत्संग जी, जब भी गुरुजी बोलते हैं कि ये अर्जेंटली मैसेज सुनो, इसके पीछे क्या कारण रहता है हमें मालूम नहीं रहता है। जैसे कि मेरे को याद भी नहीं था कि मैंने लैपटॉप बैग पीछे छोड़ दिया है। गुरुजी हमेशा साथ रहते हैं और हमेशा हम क्या गलती करते उसके सुधारने के लिए सत्संग सुनाते हैं। शुक्राना गुरुजी, शुक्राना गुरुजी। और एक सत्संग गुरुजी ने सुनाया था कि ब्लैक मैजिक के बारे में था। ये सत्संग जी थे जो गुरुजी ने बोले थे कि उनके सभी नेगेटिविटी एक चमगादड़ यानी कि बैट जो है वो ले जाती है उनके घर में अंग संग घूम के। मेरे साथ भी ऐसा ही हुआ सत्संग जी। दूसरे दिन रात को मेरे ऊपर 2 चमगादड़, आप यकीन मानिए पुणे जैसे शहर में चमगादड़ बैट्स शहर में कैसे आएंगे। ये सब गुरु की कृपा थी। जो चमगादड़ मेरे ऊपर घूम के शायद मेरा सब नेगेटिविटी लेके गई। उसके दूसरे तीसरे दिन ही मेरे 2 प्रोजेक्ट का काम फाइनल हो गया। जय गुरुजी, शुक्राना गुरुजी, अनंतम अनंतम। और शुक्राना गुरुजी बोलने लग गए कि किचन में तेरा कुछ है लोहे का, जो इसके वजह से नेगेटिविटी तेरे घर में फैल रही है। लेकिन गुरुजी, मैं आपको अरदास करता हूँ, आप जानते हैं मैं अकेले रहता हूँ और मैं किचन बहुत कम ही यूज़ करता हूँ। अभी उसमें क्या नेगेटिविटी आ रही है वो सब आपको ही देखना है। और मैं आपसे विनती करता हूँ, मेरे ऊपर दया करें, कोई हम सफ़र मिले मेरे को जो घर संभालें,
क्योंकि घर संभालो, काम देखो, ये सब कुछ बहुत मुश्किल होता है गुरुजी। मेरे मदद कीजिए प्रभु। शुक्राना गुरुजी। कोई तो घर संभालने के लिए भेज दीजिए प्रभु। और गुरुजी, आपने बताया कि मेरे बेटे के ऊपर भी ब्लैक मैजिक हुआ है। आप जानते हैं कि मेरा बेटा मेरे साथ नहीं रहता है। आपने बताया था कि उसको जल पिलाओ तो कम होएगा, लेकिन वो मेरे साथ नहीं रहता है, वो दूर रहता है। तो कृपा करके ये प्रॉब्लम आप ही सॉल्व कर दीजिए और उसको सच मालूम होने दीजिए गुरुजी कि कौन उसका दुश्मन है और कौन उसका दोस्त है। और मैं दिल से चाहता हूँ कि वो आपका सत्संग बने और उसकी ज़िंदगी सुधर जाए। और सभी सत्संग को, जिन्होंने भी ब्लैक मैजिक हुआ है, जिन्होंने बच्चे के ऊपर हुआ है, उनको बाहर निकालिए गुरुजी। और सभी सत्संग को जो पैसे की दिक्कत है, जिनको बार बार किसी के साथ में हाथ फैलाना पड़ता है, उनकी मदद कीजिए गुरुजी। आपकी सत्संग हो के किसी के आपके सामने हाथ फैलाए, लेकिन किसी के और के सामने हाथ नहीं फैलाए, इतना मेहर कीजिए गुरुजी। और सबकी फैमिली साथ रहे, सब अपने अपने सत्संग के लोगों के साथ खुश रहे। मैं अपना ये सत्संग विराम देता हूँ मंत्र जाप से। ओम नमः शिवाय, शिवजी सदा सहाय। ओम नमः शिवाय, गुरुजी सदा सहाय। धन्यवाद। ओम नमः शिवाय, शिवजी सदा सहाय। ओम नमः शिवाय, गुरुजी सदा सहाय। चलिए अब सुनते हैं अगले सत्संग को। ओम नमः शिवाय, शिवजी सदा सहाय। ओम नमः शिवाय, गुरुजी सदा सहाय। शुक्राना 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 गुरुजी। जय गुरु जी। शुक्राना गुरु जी। मैं गुरु जी की बेटी दमन से बोल रही हूँ। ये मेरा शुक्राना सत्संग है। मैं गुरु से जुड़े हुए मुझे 1 साल हो गया। तो गुरु जी ने मुझे अपनी मुट्ठी भर संगत में चुना हुआ है। सॉरी संगत जी। मैं मंत्र जाप करने लगी हूँ गुरु जी का। जय गुरु जी। शुक्राना गुरु जी। ओम नमः शिवाय, शिवजी सदा सहाय। ओम नमः शिवाय, गुरु जी सदा सहाय। जय गुरु जी। शुक्राना गुरु जी। बहुत बहुत शुक्राना गुरु जी। गुरु जी डिवाइन वर्ल्ड चैनल पे मैं शेयर करने जा रही हूँ। उनका भी बहुत बहुत शुक्राना। सारी संगत जी का बहुत बहुत शुक्राना गुरु जी। मेरा ये फर्स्ट टाइम है। मेरे से कोई गलती हो जावे तो आप माफ कर देना संगत जी। बहुत बहुत माफी मांगती हूँ आपसे। मेरे को गुरुजी ने सपने में, मैं बहुत बीमार रहती थी। सॉरी संगत जी, बहुत ज्यादा बीमार रहती थी। मेरे पे किसी ने 25 साल हो गए ब्लैक मैजिक किया हुआ था। नेगेटिविटी बहुत ज्यादा घर पे, सब पूरे परिवार पे ही है, बहुत ज्यादा। तो गुरुजी ने मुझे, डिप्रेशन भी रहती है। गुरुजी ने मुझे, सॉरी संगत जी, गुरुजी ने मुझे डिप्रेशन से भी निकाला है और नेगेटिविटी भी मेरी बहुत ज्यादा ठीक कर दी है। नहीं तो मैं बिस्तर पे पूरा पूरा दिन सोई रहती थी। और पहले दिन गुरुजी ने जब रात को आए तो गुरुजी ने एक शब्द बोलिया पंजाबी च कि नानक नीवा जो चले लगे ना तत्ती वाओ। तो
पहले तो मैं हैरान रह गई भी पंजाबी शब्द की कहाँ से आ रही आवाज। फिर देखा कोई नहीं दिखा, तो सब लोग सो रहे थे। फिर मैंने सोचा शायद वैसे ही मुझे फिर पाठ पूजा पे ध्यान देती हूँ, हो सकता है थोड़ा वैसे ही सुन गया हो मुझे। पर फिर दोबारा फिर हुआ। फिर मैंने नीचे गई हूँ घूमने के लिए, नीचे जाते हैं सैर करने के लिए। वहां एक लेडी मिल गई, वो आगे पीछे कभी नहीं मिली। उस दूसरे दिन वो लेडी मिली मुझे। वो बोलती है कि आपके पंजाब में, मैं पंजाब से हूँ संगत जी, जय गुरु जी, शुक्राना गुरु जी। मैं वो बोलती है कि आप में के ना पंजाब में के गुरु जी हैं कोई, और दिल्ली में भी उनका छतरपुर में मंदिर है। तो मैंने इतनी टेंशन नहीं ली जब मैं कोई गुरु होगा, क्योंकि गुरुओं के पास जा जा के बहुत परेशानी हो गई थी मुझे। सॉरी संगत जी, मैं वर्ड सही नहीं यूज कर रही, मुझे डिप्रेशन में रहती थी ना थोड़ा, अभी मैं अच्छे से कर नहीं पाती, माफ कर देना मुझे। और कहती तू ओम नमः शिवाय वाला ना सिमरन करके देख, तेरे गुरुजी ये वाले तुम्हारे पंजाब वाले सुनते हैं कि तू बहुत बीमार रहती, देख ले। मैंने सोचा ठीक है देख लेती हूँ। मैं इनका ये करने लग गई ओम नमः शिवाय वाला मंत्र जाप। 4-5 दिन ही हुए थे, और उसके बाद मुझे गुरुजी ने कबूतर रूप में, पूरा घर बंद था और रात को आए 2 कबूतर ब्लैक कलर के, और मेरे अंदर रूम बंद है, ऊपर से घूम रहे हैं। 8-10 चक्कर लगाए उन्होंने मेरे ऊपर। मुझे आंखें मेरी थोड़ी थोड़ी खुली थी, दिख रहा था सब कुछ। ऊपर से फड़ फड़ की आवाज आ रही है, घूमे जा रहे मेरे ऊपर। मैंने देखा ये क्या। फिर मैंने सुबह मैसेज देखा, तो गुरुजी ने बोला कि बेटा मैं तेरे घर आया था, तेरे ब्लैक मैजिक तेरे पे से लेके गया, नेगेटिविटी बहुत ज्यादा तेरे। संगत जी डरने वाली बात नहीं है, सच की बात है, बिल्कुल सच। मैं आपको बिल्कुल सच बोल रही हूँ। तो मैं इन बातों पे बिल्कुल यकीन नहीं करती, पहली बार ही देखा कि ऐसा हुआ है। और ना ही कोई मेरे पास गुरुजी की फोटो है, मैं तो फिर ऐसे ही जोत लगाने लग गई गुरुजी की। तो मेरे पास इतना वो, मैं सरसों के तेल की लगाती हूँ जोत, मुझे इतना पता नहीं, लेकिन मैं सरसों के तेल की ही लगाती हूँ, तो गुरुजी उसमें दर्शन देते हैं मुझे। और बस मैं इतना ही संगत जी, इतना ही बोलूंगी, फिर आके बाद में शेयर करूंगी। जय गुरु जी, शुक्राना गुरु जी, अनंतम अनंतम शुक्राना गुरु जी, बहुत बहुत शुक्राना गुरु जी। ओम नमः शिवाय शिवजी सदा सहाय। ओम नमः शिवाय गुरुजी सदा सहाय। चलिए अब सुनते हैं अगले सत्संग को। ओम नमः शिवाय शिवजी सदा सहाय। ओम नमः शिवाय गुरुजी सदा सहाय। शुक्राना 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 गुरुजी। जय गुरुजी, शुक्राना गुरुजी, अनंतम अनंतम शुक्राना गुरुजी। जय गुरुजी आंटी जी, जय गुरुजी संगत जी। मैं अपना शुक्राना सत्संग शेयर ਕਰਨ ਜਾ ਰਹੀ ਹਾਂ। ਸ਼ੁਕਰਾਨਾ ਸਤਸੰਗ ਸ਼ੇਅਰ ਕਰਨ ਤੋਂ ਪਹਿਲੇ ਮੈਂ ਗੁਰੂ ਜੀ ਦਾ ਮੰਤਰ ਜਾਪ ਕਰਦੀ ਹਾਂ। ਓਮ ਨਮः शिवाय शिव जी सदा सहाय। ओम नमः शिवाय गुरु जी सदा सहाय। ओम नमः शिवाय शिव जी सदा सहाय। ओम नमः शिवाय गुरु जी सदा सहाय। ਸੰਗਤ ਜੀ ਮੈਂ ਕੱਲ ਸਵੇਰੇ ਸਤਸੰਗ ਸੁਣਦੀ ਸੀ YouTube ਤੇ। ਉਸ ਸਤਸੰਗ ਦੇ ਥਰੂ ਮੈਨੂੰ ਬਹੁਤ ਮੇਰੀਆਂ ਸਵਾਲਾਂ ਦੇ ਜਵਾਬ ਮਿਲੇ। ਮੈਂ ਬਹੁਤ ਖੁਸ਼ ਹੋਈ ਕਿ ਗੁਰੂ ਜੀ ਜੋ ਮੇਰੇ ਤੱਕ ਸੰਦੇਸ਼ ਪਹੁੰਚਾਉਣਾ ਚਾਹੁੰਦੇ ਸੀ, ਉਹਨਾਂ ਨੇ ਕਿਸ ਤਰ੍ਹਾਂ ਕਰਕੇ ਮੇਰੇ ਤੱਕ ਪਹੁੰਚਾਇਆ, ਜੋ ਮੇਰੇ ਦਿਮਾਗ 'ਚ ਸਵਾਲ ਚੱਲਦੇ ਸੀ। ਜਦੋਂ ਮੈਂ ਸਾਰਾ ਸਤਸੰਗ ਸੁਣਿਆ
ਮੈਨੂੰ ਬਹੁਤ ਕੱਲ ਮਤਲਬ ਪੋਜ਼ੀਟਿਵ એનર્ਜੀ ਵੀ ਬਹੁਤ ਮਿਲੀ ਔਰ ਖੁਸ਼ੀ ਵੀ ਬਹੁਤ ਹੋਈ ਕਿ ਗੁਰੂ ਜੀ ਨੂੰ ਕਿੱਦਾਂ ਪਤਾ ਕਿ ਮੈਂ ਕੀ ਕਰਦੀ ਹਾਂ, ਹੈ ਨਾ। ਸਾਰਾ ਮੈਂ ਹੈਰਾਨ ਹੋ ਗਈ। ਕਹਿੰਦੇ ਜਿਹੜੀ ਰੋਟੀ ਬਣਾਉਂਦੀ ਪਈ ਹੈ, ਜਿਹੜੀ ਸਬਜ਼ੀ ਬਣਾਈ, ਇਹਨੂੰ ਕਿ ਮੈਨੂੰ ਭੋਗ ਜ਼ਰੂਰ ਲਾਵੇ, ਇਹਦਾ ਸਬਜ਼ੀ ਬਹੁਤ ਸਵਾਦ ਬਣੀ ਹੈ, ਇੱਦਾਂ ਕਰਕੇ। ਤੇ ਸੰਗਤ ਜੀ ਸੱਚੀ ਮੁੱਚੀ ਮੇਰੇ ਹਸਬੈਂਡ ਅੰਕਲ ਨੇ ਜਦੋਂ ਖਾਧੀ, ਕਹਿੰਦੇ ਸਬਜ਼ੀ ਬੜੀ ਸਵਾਦ ਬਣੀ ਹੈ। ਫਿਰ ਮੈਂ ਗੁਰੂ ਜੀ ਨੂੰ ਚਲੋ ਭੋਗ ਵੀ ਲਗਾਇਆ ਸੀਗਾ। ਤੇ ਕੱਲ ਮੈਂ ਸਾਰਾ ਦਿਨ ਸਤਸੰਗ ਸੁਣਦੀ ਰਹੀ ਤੇ ਮੇਰੇ ਨਾਲ ਮਤਲਬ ਗੁਰੂ ਜੀ ਮੇਰੇ ਕੋਲ ਆਏ। ਮੈਂ ਸਤਸੰਗ ਸੁਣਦੀ ਪਈ ਤੇ ਨਾ ਸੰਗਤ ਜੀ ਖੁਸ਼ਬੂ ਹੀ ਖੁਸ਼ਬੂ ਮੈਨੂੰ ਆਈ ਥੋੜੀ ਜੀ, ਹੈ ਨਾ। ਤੇ ਮੈਂ ਸੋਚਿਆ ਸ਼ਾਇਦ ਇੱਧਰੋਂ ਉੱਧਰੋਂ ਇੱਦਾਂ ਨਾ, ਮੈਂ ਖਿੜਕੀਆਂ ਦੇਖੀਆਂ ਸਾਰੀਆਂ ਬੰਦ, ਕੋਈ ਓਪਸ਼ਨ ਨਹੀਂ ਹੈ। ਇੰਨੀ ਪਿਆਰੀ ਫ੍ਰੈਗਨੈਂਸ, ਮੈਂ ਖੁਸ਼ ਸੁੰਘੀ ਜਾਵਾਂ ਸੁੰਘੀ ਜਾਵਾਂ। ਫਿਰ ਨਾ ਥੋੜੀ ਕੁ ਦੇਰ ਬਾਅਦ ਇੰਨੀ ਤੇਜ਼ ਹੋ ਗਈ ਨਾ ਫ੍ਰੈਗਨੈਂਸ, ਬਹੁਤ ਜ਼ਿਆਦਾ। ਮੈਂ ਆਪਣਾ ਸਟਿਚਿੰਗ ਕਰਦੀ ਪਈ ਸੀ, ਮੈਂ ਉੱਠ ਕੇ ਸਾਰੇ ਪਾਸੇ ਦੇਖਿਆ ਕਿ ਕਿੱਥੇ ਕਿੱਥੇ ਆ ਰਹੀ ਆ। ਉੱਧਰ ਮੇਰੇ ਜਿੱਥੇ ਮੈਂ ਕਟਿੰਗ ਕਰਦੀ ਹਾਂ ਸੰਗਤ ਜੀ, ਉਸ ਸਾਈਡ ਤੇ ਮੇਰੀ ਮਸ਼ੀਨ ਦੇ ਕੋਲ ਸ਼ਾਇਦ ਗੁਰੂ ਜੀ ਨੇ ਮੈਨੂੰ ਮੇਰੇ ਕੰਮ, ਮੈਂ ਕਾਫੀ ਦਿਨਾਂ ਤੋਂ ਨਾ ਮੇਰਾ ਕੰਮ ਵੱਲ ਮਨ ਨਹੀਂ ਲੱਗਦਾ ਸੀ। ਇੱਦਾਂ ਹੀ ਜਿੱਦਾਂ ਕਿਸੇ ਨੇ ਪਤਾ ਨਹੀਂ ਕੀ ਹੋ ਗਿਆ, ਜਿੱਦਾਂ ਕੋਈ ਨਜ਼ਰ ਹੀ ਲੱਗ ਗਈ ਹੁੰਦੀ ਆ। ਮੇਰਾ ਕੰਮ ਵੱਲ ਨੂੰ ਮਤਲਬ ਮੂੰਹ ਕਰਨ ਨੂੰ ਦਿਲ ਨਹੀਂ ਕਰਦਾ। ਤੇ ਮੈਨੂੰ ਸ਼ਾਇਦ ਗੁਰੂ ਜੀ ਕੱਲ ਬਲੈਸ ਕਰਕੇ ਗਿਆ ਕਿ ਜਿੱਥੇ ਮੈਂ ਕਟਿੰਗ ਕਰਦੀ ਆਪਣੇ ਕਾਊਂਟਰ ਤੇ ਉਸ ਸਾਈਡ 'ਚ ਔਰ ਮੇਰੀ ਮਸ਼ੀਨ ਕੋਲ ਇੱਥੇ ਇੰਨੀ ਖੁਸ਼ਬੂ, ਜੈ ਗੁਰੂ ਜੀ। ਮੈਂ ਸੰਗਤ ਜੀ ਮੇਰਾ ਤੇ ਮਤਲਬ ਰੋਣ ਹੀ ਨਾ ਰੁਕੇ ਖੁਸ਼ੀ ਦਾ। ਇੰਨਾ ਮੈਨੂੰ ਮਤਲਬ ਇੰਨੀ ਖੁਸ਼ੀ ਹੋਈ, ਮੈਨੂੰ ਇੰਨਾ ਰੋਣ ਆਵੇ, ਗੁਰੂ ਜੀ ਨਾਲ ਗੱਲਾਂ ਕਰ ਕਰ ਰੋਵਾਂ ਗੁਰੂ ਜੀ, ਕਿ ਮੈਂ ਦੇਖ ਨਹੀਂ ਪਾ ਰਹੀ, ਤੁਸੀਂ ਇੱਥੇ ਹੀ ਹੋ, ਮੈਂ ਦੇਖ ਨਹੀਂ ਪਾ ਰਹੀ। ਬੜੀ ਖੁਸ਼ੀ ਹੋਈ ਕਿ ਮੈਂ ਆਪਣੇ ਆਪ ਨੂੰ ਬੜੀ ਉਹ ਮੰਨਦੀ ਹਾਂ ਕਿ ਮੈਂ ਬਹੁਤ ਬੁਰੀ ਹਾਂ। ਮੈਂ ਪੂਜਾ ਪਾਠ ਨਹੀਂ ਮਤਲਬ ਕਰਨਾ ਚਾਹੁੰਦੀ ਹਾਂ, ਲੇਕਿਨ ਫਿਰ ਪਤਾ ਨਹੀਂ ਕੀ ਹੋ ਜਾਂਦਾ, ਮੈਂ ਡੇਲੀ ਰੂਟੀਨ ਪ੍ਰੋਪਰ ਨਹੀਂ ਬਣਾ ਪਾਉਂਦੀ। ਪਤਾ ਨਹੀਂ ਕੀ ਹੋ ਜਾਂਦਾ, ਕਦੀ ਕੰਮ ਵੀ ਪ੍ਰੋਪਰ ਨਹੀਂ ਕਰ ਪਾਉਂਦੀ। ਹੁਣ ਥੋੜੇ ਦਿਨਾਂ ਤੋਂ ਮੈਂ ਬਹੁਤ ਐਕਟਿਵ ਆ। ਮਤਲਬ ਮੈਂ ਸੰਗਤ ਜੀ ਮੈਨੂੰ ਟਾਈਫਾਈਡ ਹੋਇਆ, ਫੁੱਲ ਟਾਈਫਾਈਡ ਆਇਆ, ਇਨਫੈਕਸ਼ਨ ਆ। ਤੇ ਹੁਣ ਮੈਂ ਥੋੜਾ ਡ੍ਰਿਪ ਵਗੈਰਾ ਲਗਾ ਕੇ ਠੀਕ ਆ, ਮਤਲਬ ਚੱਲਦਾ ਪਿਆ ਟ੍ਰੀਟਮੈਂਟ। ਗੁਰੂ ਜੀ ਦੀ ਦਇਆ ਨਾਲ ਚਲੋ ਜਲਦੀ ਠੀਕ ਹੋ ਜਾਵਾਂਗੀ। ਮੈਨੂੰ ਬਸ ਇਹੀ ਆ ਕਿ ਮੈਂ ਗੁਰੂ ਜੀ ਅੱਗੇ ਅਰਦਾਸ ਕੀਤੀ ਹੈ ਕਿ ਗੁਰੂ ਜੀ ਮੈਨੂੰ ਜਲਦੀ ਤੋਂ ਜਲਦੀ ਠੀਕ ਕਰ ਦਿਓ। ਮੈਂ ਰਾਤੀ ਸੌਣ ਲੱਗੇ ਮੈਂ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਮੈਂ ਵੀ ਤੁਹਾਡਾ ਅੰਮ੍ਰਿਤ ਵੇਲਾ ਕਰਨਾ ਚਾਹੁੰਦੀ ਹਾਂ, ਤੇ ਤੁਸੀਂ ਮੈਨੂੰ ਉਠਾਉਣਾ ਆ ਪਲੀਜ਼ ਗੁਰੂ ਜੀ। ਵੀ ਮੈਂ ਅਲਾਰਮ ਨਹੀਂ ਲਗਾਉਣਾ, ਮੇਰਾ ਅਲਾਰਮ ਹੈਗਾ ਆ 5:15 ਦਾ। ਤੇ ਮੈਂ ਕਿਹਾ ਤੁਸੀਂ ਮੈਨੂੰ ਉਸ ਤੋਂ ਪਹਿਲੇ ਉਠਾਉਣਾ ਹੈ 4 ਵਜੇ। ਸੰਗਤ ਜੀ 4 ਵਜੇ ਮੇਰੇ ਹਸਬੈਂਡ ਨੇ ਲਾਈਟ ਜਗਾਈ ਹੈ, 4 ਵਜੇ ਲਗਭਗ ਉਹ ਉੱਠੇ ਆ। 4:15 ਵਜੇ ਮੈਨੂੰ ਯਾਦ ਆਉਂਦਾ ਆ ਕਿ ਮੈਂ ਤੇ ਗੁਰੂ ਜੀ ਨੂੰ ਕਿਹਾ ਸੀ, ਦੇਖੋ ਕਿਹੜੇ ਬਹਾਨੇ ਨਾਲ ਗੁਰੂ ਜੀ ਨੇ ਮੈਨੂੰ ਜਗਾਇਆ ਆ, ਲਾਈਟ ਜਗਾਈ ਆ ਤੇ ਮੈਨੂੰ ਜਗਾਇਆ ਗੁਰੂ ਜੀ ਨੇ। ਮੈਂ ਫਿਰ 4:15 ਤੋਂ ਨਾ ਮੈਂ ਏਦਾਂ ਮਤਲਬ ਜੈ ਗੁਰੂ ਜੀ ਗਰੁੱਪ ਦੇ ਵਿੱਚ ਮੈਸੇਜ ਵਗੈਰਾ ਕਰਦੇ ਕਰਦੇ 4:30 ਵਜੇ ਪੂਰੇ ਮੈਂ ਉੱਠ ਕੇ ਆਪਣਾ ਛਿੱਟੇ ਲੈ ਕੇ ਬਰਸ਼ ਕਰਕੇ ਮੂੰਹ ਹੱਥ ਧੋ ਕੇ ਆਪਣੇ ਆਪ ਨੂੰ ਥੋੜਾ ਫਰੈਸ਼ ਕਰਕੇ ਮੈਂ ਜਪਜੀ ਸਾਹਿਬ ਦਾ ਪਾਠ ਕੀਤਾ, ਗੁਰੂ ਜੀ ਦੀ ਮਾਲਾ ਫੇਰੀ ਆ। ਤੇ ਮੈਨੂੰ ਬੜਾ ਚੰਗਾ ਲੱਗਾ, ਬਹੁਤ ਚੰਗਾ ਲੱਗਾ। ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਗੁਰੂ ਜੀ ਨੂੰ ਕਿਹਾ ਔਰ ਉਹਨਾਂ ਨੇ ਮੇਰੀ ਗੱਲ ਸੁਣੀ ਆ। ਗੁਰੂ ਜੀ ਸਭ ਕੁਝ ਸੁਣਦੇ ਆ। ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਮਤਲਬ ਮੈਂ ਕਿਸੇ ਨਾਲ ਦੱਸਾਂ, ਕਿਸੇ ਨਾਲ ਗੱਲਾਂ ਕਰਾਂ, ਕਿਸੇ ਨੂੰ ਦੱਸਾਂ। ਜਿਹੜਾ ਵੀ ਮੇਰੇ ਕੋਲ ਕੋਈ ਕਸਟਮਰ ਆਉਂਦਾ, ਮੈਂ ਜਿਹੜੇ ਗੁਰੂ ਜੀ ਨੂੰ ਹਨਾ ਜਾਣਦੇ ਆ ਮੰਨਦੇ ਆ, ਮੈਂ ਦੱਸਦੀ ਹਾਂ ਕਿ ਏਦਾਂ ਹੋਇਆ ਅੱਜ ਸਤਸੰਗ ਏਦਾਂ। ਇੰਨੀ ਖੁਸ਼ਬੂ, ਬਹੁਤ ਜ਼ਿਆਦਾ ਖੁਸ਼ਬੂ, ਮੈਂ ਦੇਖ ਕੇ ਗੁਰੂ ਜੀ ਨਾਲ ਇੰਨੀਆਂ ਬਹੁਤ ਅੱਛਾ ਜਿਹਾ ਫੀਲ ਹੋ ਰਿਹਾ ਕੱਲ ਦਾ। ਇੰਨਾ ਮਤਲਬ ਪੋਜ਼ੀਟਿਵ એનર્ਜੀ ਇੰਨੀ ਕੁ ਮਿਲੀ ਆ ਨਾ ਅੱਜ ਤੇ ਮੈਂ 2 ਵਾਰੀ ਪੂਜਾ ਕਰ ਲਈ ਹੈ ਸੰਗਤ ਜੀ। ਇੱਕ ਵਾਰੀ ਸਵੇਰੇ ਗੁਰੂ ਜੀ ਨੇ ਅੰਮ੍ਰਿਤ ਵੇਲਾ ਕਰਾਇਆ, ਹੁਣ ਮੈਂ ਆਪਣਾ ਘਰ ਦਾ ਸਾਰਾ ਕੰਮ ਕਰਕੇ ਨਹਾ ਧੋ ਕੇ ਤੇ ਮੈਂ ਫੇਰ ਦੁਬਾਰਾ ਪੂਜਾ ਤੇ ਬੈਠੀ, ਜੋਤ ਜੱਗ ਜਗਾਈ ਆ ਥੋੜੀ ਦੇਰ ਪਹਿਲੇ। ਤੇ ਫਿਰ ਮੈਂ ਸੋਚਿਆ ਕਿ ਚਲੋ ਅੱਜ ਮੈਂ ਸ਼ੁੱਕਰਵਾਰ ਨੂੰ ਗੁਰੂ ਜੀ ਦਾ ਸ਼ੁਕਰਾਨਾ ਕਰਦੀ ਹਾਂ, ਤੇ ਮੈਂ ਆਪਣੇ ਸ਼ੁਕਰਾਨਾ ਸਤਸੰਗ ਜਿਹੜਾ ਇੱਥੇ ਵਿਰਾਮ ਕਰਦੀ ਹਾਂ। ਤੇ ਗੁਰੂ ਜੀ ਦੇ ਮੰਤਰ ਜਾਪ ਨਾਲ ਓਮ ਨਮः शिवाय शिव जी सदा सहाय, ओम नमः शिवाय गुरु जी सदा सहाय, ओम नमः शिवाय शिव जी सदा सहाय, ओम नमः शिवाय गुरु जी सदा सहाय। शुकराना गुरु जी, अनंतम शुकराना, लख लख शुकराना गुरु जी। अपने चरना च लान दा लख लख शुकराना, ਕਰੋੜ ਸ਼ੁਕਰਾਨਾ ਗੁਰੂ ਜੀ। ਬਸ ਇਸੇ ਤਰ੍ਹਾਂ ਹਰ ਰੋਜ਼ ਅੰਮ੍ਰਿਤ ਵੇਲਾ ਮੈਨੂੰ ਬਖਸ਼ ਦਿਓ ਦਾਤਾ, ਅੰਮ੍ਰਿਤ ਵੇਲਾ ਬਖਸ਼ ਦਿਓ ਮੈਨੂੰ, ਹੋਰ ਕੁਛ ਨਹੀਂ ਚਾਹੀਦਾ। ਤੰਦਰੁਸਤੀ ਦਿਓ,
बस इन्ना कुु उद्यम दिओ गुरु जी, इन्ना कुु उद्यम कि जरा भी आलस दरिद्रता निंद्रा कुछ भी इस तरह उठा इदां भी अखां दे विच जरा भी नींद ना आवे गुरु जी, जरा भी नींद ना आवे। एकदम तुसी बांह फड़ के ठाना है गुरु जी, ਇਹ उद्यम दे दो बस। मैं ते इसे चीज ਦੀ ਭਿੱਖ ਮੰਗਦੀ ਹਾਂ ਗੁਰੂ ਜੀ ਕਿ ਸਰੀਰ ਨੂੰ ਤੰਦਰੁਸਤੀ ਦਿਓ ਔਰ ਮੈਨੂੰ ਅੰਮ੍ਰਿਤ ਵੇਲਾ ਬਖਸ਼ ਦਿਓ ਗੁਰੂ ਜੀ, ਅੰਮ੍ਰਿਤ ਵੇਲਾ ਬਖਸ਼ ਦਿਓ। ਮੈਂ ਹਰ ਰੋਜ਼ ਅੰਮ੍ਰਿਤ ਵੇਲਾ ਜਦ ਤੱਕ ਮੇਰੇ ਸਾਹ ਚੱਲਦੇ ਆ ਗੁਰੂ ਜੀ, ਮੈਂ ਤੁਹਾਡਾ ਅੰਮ੍ਰਿਤ ਵੇਲਾ ਕਰਦੀ ਰਵਾਂ। ਜਦ ਤੱਕ ਮੇਰੇ ਸਾਹ ਚੱਲਦੇ ਆ ਮੈਂ ਅੰਮ੍ਰਿਤ ਵੇਲਾ ਕਰਦੀ ਰਵਾਂ ਗੁਰੂ ਜੀ, ਬਸ ਇਹ ਮੈਨੂੰ ਦਾਤ ਬਖਸ਼ ਦਿਓ। ਜੈ ਗੁਰੂ ਜੀ। ਔਰ ਸ਼ੁਕਰਾਨਾ ਗੁਰੂ ਜੀ, ਜਿਹੜਾ ਸਤਸੰਗ ਮੇਰਾ ਸ਼ੇਅਰ ਕਰੋਗੇ, ਇਹ ਆਂਟੀ ਦਾ ਵੀ ਬਹੁਤ ਬਹੁਤ ਭਲਾ ਕਰਨਾ, ਸਾਰੀ ਸਰਬੱਤ ਦਾ ਭਲਾ ਕਰਨਾ। ਜੋ ਦਿੱਤਾ ਆ ਉਹਦਾ ਵੀ ਸ਼ੁਕਰਾਨਾ ਗੁਰੂ ਪਾ, ਜੋ ਦੇ ਕੇ ਲੈ ਲਿਆ ਉਹਦਾ ਵੀ ਸ਼ੁਕਰਾਨਾ ਗੁਰੂ ਪਾ, ਜੋ ਨਹੀਂ ਦਿੱਤਾ ਉਹਦਾ ਵੀ ਸ਼ੁਕਰਾਨਾ। ਸਰਬੱਤ ਦਾ ਭਲਾ ਕਰਿਓ, ਸਰਬੱਤ ਦਾ ਭਲਾ ਕਰਿਓ ਗੁਰੂ ਪਾ। ਬਸ ਏਦਾਂ ਦਾ ਮਨ ਬਣਾ ਦੋ ਕਿ ਕਦੇ ਵੀ ਮੂੰਹੋਂ ਮੰਦਾ ਚੰਗਾ ਬੋਲ ਕਿਸੇ ਲਈ ਨਾ ਨਿਕਲੇ। ਕੋਈ ਮੈਨੂੰ ਲੱਖ ਮਾੜਾ ਕਹਿ ਦੇ ਪਰ ਮੈਂ ਕਿਸੇ ਨੂੰ ਮਾੜਾ ਨਾ ਕਹਿ ਸਕਾਂ, ਕਦੀ ਵੀ ਕਿਸੇ ਬਾਰੇ ਬੁਰਾ ਨਾ ਸੋਚ ਸਕਾਂ ਗੁਰੂ ਪਾ। ਕੋਸ਼ਿਸ਼ ਤਾਂ ਪੂਰੀ ਕਰਦੇ ਆ ਪਰ ਇਹ ਦੁਨੀਆ ਹੈ ਨਾ, ਇਹ ਦੁਨੀਆਦਾਰੀ ਦੇ ਵਿੱਚ ਕੋਈ ਨਾ ਕੋਈ ਐਸੀ ਗੱਲ ਹੋ ਜਾਂਦੀ ਆ ਜਿਹਦੇ ਨਾਲ ਦਿਮਾਗ ਦੇ ਵਿੱਚ ਥੋੜਾ ਬਹੁਤਾ ਆ ਜਾਂਦਾ ਆ। ਪਰ ਬਸ ਇਹੀ ਮੈਂ ਤੁਹਾਨੂੰ ਕਹਿੰਦੀ ਆ ਕਿ ਮੈਂ ਪੂਰੀ ਕੋਸ਼ਿਸ਼ ਕਰਨੀ ਆ ਕਿ ਚਾਹੇ ਕੁਝ ਵੀ ਹੋ ਜਾਏ, ਕਦੀ ਵੀ ਕਿਸੇ ਵੀ ਗੱਲ ਦਾ ਕਿਸੇ ਵੱਲ ਵੀ ਧਿਆਨ ਨਹੀਂ ਦੇਣਾ। ਕੋਈ ਮਾੜੀਆਂ ਕਰਦਾ, ਕੋਈ ਚੰਗੀਆਂ ਕਰਦਾ, ਕੋਈ ਮਤਲਬ ਨਹੀਂ ਆ ਗੁਰੂ ਜੀ। ਬਸ ਇੰਨਾ ਕੁ ਸ਼ੁਕਰਾਨਾ। ਮੈਂ ਆਪਣੇ ਸਤਸੰਗ ਨੂੰ ਇੱਥੇ ਵਿਰਾਮ करती हूँ। ओम नमः शिवाय। शिव जी सदा सहाय। ओम नमः शिवाय। गुरु जी सदा सहाय। जय गुरु जी। इसी शुक्राना सत्संग के साथ आज के सत्संग को विराम देते हैं। गुरु जी महाराज सब पर कृपा बनाए रखें, सबको खुशी और अच्छी सेहत बख्शना। अनंतम अनंतम शुक्राना गुरु जी। जय गुरु जी।